ਤੁਸੀਂ ਸਵੱਛ ਭਾਰਤ ਚਾਹੁੰਦੇ ਹੋ, ਅਸੀਂ ਖਾਲਸ ਭਾਰਤ ਚਾਹੁੰਦੇ ਆ। ਸਵੱਛ ਤੇ ਖਾਲਸ ਦੇ ਅਰਥਾਂ 'ਚ ਕੀ ਫਰਕ ਹੈ ਮੈਨੂੰ ਮੋਦੀ ਸਮਝਾ ਦੇਵੇ। 84 ਦੇ ਵਿੱਚ ਇਹਨਾਂ ਦੇ ਸੁਬਰਾਮਨੀਅਮ ਨੂੰ ਪੁੱਛ ਕੇ ਦੇਖੋ, ਕਹਿੰਦਾ ਹੈਗਾ ਇੱਕ ਸਾਧ ਮਰਵਾਤਾ ਇੰਦਰਾ ਨੇ। ਕਿਹੜਾ ਸਾਧ? ਸੰਤ ਭਿੰਡਰਾਂ ਵਾਲਾ। ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਇਨਸਾਨ ਕੌਣ ਹੈ ਤੇ ਹੈਵਾਨ ਕੌਣ ਹੈ, ਕਿਉਂਕਿ ਹੈਵਾਨ ਨੂੰ ਕਦੇ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਇਨਸਾਨ ਹੁੰਦਾ ਕੌਣ ਹੈ। ਉਹਦੇ ਵਿੱਚੋਂ ਲੰਘ ਕੇ 84 ਬੀਤ ਗਿਆ। 84 ਦੇ ਸ਼ਹੀਦਾਂ ਦੇ ਸਾਕੇ ਅੱਜ ਤੱਕ ਨੇ ਜੇਲ੍ਹਾਂ ਕੱਟ ਚੁੱਕੇ, ਸਜ਼ਾਵਾਂ ਭੁਗਤ ਚੁੱਕੇ, ਅਜੇ ਡਰਦੇ ਨੇ ਉਹਨਾਂ ਤੋਂ ਜੇ ਬਾਹਰ ਆ ਕੇ ਪਤਾ ਨਹੀਂ ਸਾਡਾ ਕੀ ਬਣੂਗਾ। ਇਹ ਅੰਮ੍ਰਿਤਸਰ ਬਾਘਾ ਬੋਰਡ ਤੋਂ ਲੈ ਕੇ ਤੁਰ ਅਸਾਮ ਤੱਕ ਸਾਡਾ ਹੀ ਹੈ, ਉਧਰੋਂ ਹੇਮਕੁੰਟ ਤੋਂ ਲੈ ਕੇ ਤੁਰ ਤੁਹਾਡਾ ਕੰਨਿਆ ਕੁਮਾਰੀ ਤੱਕ ਸਾਡਾ ਹੀ ਹੈ। ਤੁਸੀਂ ਕੌਣ ਹੋ ਇਸ ਮੁਲਕ ਦੇ? ਤੁਹਾਡੀ ਕੀ ਕੁਰਬਾਨੀ ਹੈ? ਤੁਹਾਡੀ ਕੀ ਦੇਣ ਹੈ ਇਸ ਮੁਲਕ ਨੂੰ? ਇੱਕ ਗਿਣਿਆ ਤਾਂ ਦਿਓ। ਆਜ਼ਾਦ ਹੋਣ ਦੀ ਦੇਰ ਸੀ ਕਿ ਇਹਨਾਂ ਲੋਕਾਂ ਨੇ ਇੱਕ ਸਕਿੰਟ ਲਾਇਆ ਪਿੱਠ ਮਰੋੜਨ ਨੂੰ कि अब बाबा जी अब वो बात नहीं रही, अब तो बात बदल गई है। क्यों? कारण क्या? कुर्सियां साढ़े थले आ गई, बंदे तुसी मरवा ले। ਸਰਖਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਤੁਹਾਡੇ ਰੂਬਰੂ ਹੁੰਨਾ ਵਾਂ। ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ। ਇੱਕ ਪਾਸੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਤੇ ਦੂਜੇ ਪਾਸੇ ਪਿੰਡ ਮਹਾਰਾਜ ਦੇ ਵਿੱਚ ਅੱਜ ਰੋਸ ਰੈਲੀ ਰੱਖੀ ਗਈ ਆ। ਉੱਥੇ ਹੀ ਬੁੱਧੀਜੀਵੀ ਲੇਖਕ ਪਹੁੰਚ ਰਹੇ ਨੇ, ਸਾਡੇ ਨਾਲ ਮੌਜੂਦ ਨੇ ਬਾਪੂ ਭਗਵੰਤ ਸਿੰਘ ਜੀ ਸਰਾਉਂ, ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ। ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਹਾਂ, ਪੰਜਾਬ ਦਾ ਦੁਖਾਂਤ। ਇਸ ਕਿਤਾਬ ਦਾ ਨਾਮ ਆ ਪੰਜਾਬ ਦਾ ਦੁਖਾਂਤ, ਆਦਿ ਕਾਲ ਤੋਂ 2016 ਤੱਕ। ਸੋ ਇਹ ਕਿਤਾਬ ਲਿਖਣ ਦਾ ਕੀ ਕਾਰਨ ਰਿਹਾ, ਕੀ ਇਸ ਦੇ ਮੁੱਦੇ ਸੀ, ਇਹਨਾਂ ਉੱਪਰ ਸਾਰਿਆਂ ਪਰ ਗੱਲ ਕਰਾਂਗੇ ਬਾਪੂ ਭਗਵੰਤ ਸਿੰਘ ਜੀ ਨਾਲ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਿਆ ਬਾਪੂ ਜਿਹੜੀ ਇਹ ਕਿਤਾਬ ਲਿਖੀ ਆ ਪੰਜਾਬ ਦਾ ਦੁਖਾਂਤ, ਇਸ ਕਿਤਾਬ ਲਿਖਣ ਦਾ ਕੀ ਕਾਰਨ ਰਿਹਾ? ਬੇਟਾ ਕਾਰਨ ਤਾਂ ਬਹੁਤ ਲੰਮਾ ਡੂੰਘਾ ਹੈਗਾ। ਮੇਰੇ ਪੁਰਖੇ ਜਿਹੜੇ ਸੀਗੇ ਨਾ, ਲੰਮੀ ਦੇਰ ਤੋਂ ਮੈਂ ਅਕਾਲੀ ਫੂਲਾ ਸਿੰਘ ਜਿਹੜੇ ਨੇ ਨਾ, ਉਹਨਾਂ ਦੀ 10ਵੀਂ ਔਲਾਦ ਹਾਂ। ਮੇਰੇ ਪੁਰਖੇ ਕੰਮ ਕਰਦੇ ਆ ਆਜ਼ਾਦੀ ਦੇ ਘੋਲ ਵਿੱਚ। ਮੇਰੇ ਮਾਤਾ ਪਿਤਾ ਨੇ, ਮੇਰੇ ਨਾਨਕਿਆਂ ਨੇ ਹਿੱਸਾ ਲਿਆ। ਮੇਰੇ ਨਾਨਕਿਆਂ ਕੋਲ ਤਾਮਰ ਪੱਤਰ ਹੈ, ਉਹ ਸੁਭਾਸ਼ ਚੰਦਰ ਬੋਸ ਦੇ ਪਰਸਨਲ ਪੀਏ ਸਨ ਮੇਰੇ ਮਾਮਾ ਜੀ। ਮੈਨੂੰ ਘਰੋਂ ਪ੍ਰੇਰਨਾ ਮਿਲਦੀ ਰਹੀ। ਬਚਪਨ ਸਾਡਾ ਇੱਦਾਂ ਲੰਘਿਆ ਹੈਗਾ ਵੀ ਪਾਪ ਨਹੀਂ ਕਰਨਾ, ਰਸਤੇ 'ਚ ਡਿੱਗੀ ਚੀਜ਼ ਮਿਲ ਜਾਏ ਗੁਰਦੁਆਰੇ ਭੇਜ ਦੇਣੀ ਆ। ਅਸੀਂ ਉਸ ਵਾਤਾਵਰਣ 'ਚ ਪਲੇ ਮਸਤੂਆਣੇ ਸੰਤ ਬਾਬਾ ਅਤਰ ਸਿੰਘ ਦੀ ਛਤਰ ਛਾਇਆ ਹੇਠ ਸਾਨੂੰ ਸਿੱਖਿਆ ਮਿਲਦੀ ਰਹੀ। ਅਸੀਂ ਦੇਖਦੇ ਰਹੇ ਕਿ ਅਨਿਆਂ ਤਾਂ ਹੋ ਰਿਹਾ, ਪਰ ਸਾਡੀ ਸਮਝ ਤੋਂ ਬਾਹਰ ਸੀਗਾ। ਉਸ ਵੇਲੇ ਪਤਾ ਨਹੀਂ ਸੀ ਲੱਗ ਰਿਹਾ ਅਨਿਆਂ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਜਿਸ ਵੇਲੇ 82 84 78 ਆਇਆ, ਇੱਥੇ ਪਾਣੀਆਂ ਦੇ ਮਸਲੇ ਖੜੇ ਕੀਤੇ ਸਿਆਸਤ ਨੇ। ਕਿਸ ਦਾ ਕੋਈ ਝਗੜਾ ਨਹੀਂ ਇੱਥੇ, ਜਾਤਾਂ ਦੇ ਝਗੜੇ ਨਹੀਂ, ਮਜ਼ਹਬਾਂ ਦੇ ਝਗੜੇ ਨਹੀਂ, ਸਿਰਫ ਸਿਆਸਤ ਦੇ ਝਗੜੇ ਨੇ। ਜਿਹੜਾ ਮਰ ਕੇ 1857 ਤੋਂ ਬਾਅਦ ਜਦ ਇਹ ਸਰਕਾਰ ਫੇਲ ਹੋ ਗਈ, ਜਦ ਇੱਥੋਂ ਦੇ ਆਦ ਵਸਿੰਦਿਆਂ ਨੂੰ ਇਹ ਪਤਾ ਲੱਗਿਆ ਕਿ ਹੁਣ ਅਸੀਂ ਕਾਮਯਾਬ ਨਹੀਂ ਹੋ ਸਕਦੇ, ਇਹ ਚਲਾਕ ਚੁਸਤ ਬਹੁਤ ਨੇ। ਇਹਨਾਂ ਨੇ ਚੱਕ ਕੇ ਸਿੱਖਾਂ ਨੂੰ ਮੂਹਰੇ ਕਰ ਦਿੱਤਾ ਕਿ ਵੀ ਸਾਡੇ ਹੱਥ ਖੜੇ ਨੇ, ਜੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਤੁਸੀਂ ਅੱਗੇ ਆ ਜਾਓ। ਸਾਡੇ ਬਹਾਦਰ ਸੂਰਮੇ ਜਿਹੜੇ ਸੀ ਉਹ ਅੱਗੇ ਆਏ। 1857 ਤੋਂ ਲੈ ਕੇ 1947 ਤੱਕ 90 ਸਾਲ ਕੁਰਬਾਨੀਆਂ ਕੀਤੀਆਂ। ਉਹਨਾਂ ਕੁਰਬਾਨੀਆਂ ਦਾ ਸਦਕਾ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਾ ਲਿਆ। ਆਜ਼ਾਦ ਹੋਣ ਦੀ ਦੇਰ ਸੀ ਕਿ ਇਹਨਾਂ ਲੋਕਾਂ ਨੇ ਇੱਕ ਸਕਿੰਟ ਲਾਇਆ ਪਿੱਠ ਮਰੋੜਨ ਨੂੰ ਕਿ ਬਾਬਾ ਜੀ अब वो बात नहीं रही, अब तो बात बदल गई है। क्यों? कारण क्या? ਕੁਰਸੀਆਂ ਸਾਡੇ ਥੱਲੇ ਆ ਗਈਆਂ, ਬੰਦੇ ਤੁਸੀਂ ਮਰਵਾ ਲਏ। ਮੈਨੂੰ ਇਹ ਕਿਤਾਬ ਲਿਖਣ ਦਾ ਮੌਕਾ ਮਿਲਿਆ ਕਿ ਮੇਰੀ ਜਵਾਨੀ, ਮੇਰੇ ਨਾਨਕ ਦੇ ਬੱਚਿਓ, ਮੇਰੇ ਦਸ਼ਮੇਸ਼ ਪਿਤਾ ਦੇ ਦੂਲਿਓ, ਸਾਹਿਬਜ਼ਾਦਿਆਂ ਦੇ ਵਾਰਸੋ, ਸਿਰ ਕਟਾਉਂਦੇ ਕਟਾਉਂਦੇ ਤੁਹਾਨੂੰ ਸਦੀਆਂ ਹੋ ਗਈਆਂ। 500 ਸਾਲ ਤੋਂ ਤੁਸੀਂ ਸਿਰ ਕਟਾਉਂਦੇ ਆ ਰਹੇ ਹੋ। ਤੁਹਾਡੇ ਪੱਲੇ ਕੀ ਪਿਆ? ਲੋਕ ਤੁਹਾਡੇ ਤੇ ਇਤਬਾਰ ਨਹੀਂ ਕਰਦੇ। ਅਜੇ ਵੀ ਤੁਹਾਨੂੰ ਵੱਖਵਾਦੀ, ਅੱਤਵਾਦੀ, ਖਾਲਿਸਤਾਨੀ ਨਾਂ ਨਾਲ ਪੁਕਾਰ ਰਹੇ ਨੇ। ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ, ਤੁਸੀਂ ਸਵੱਛ ਭਾਰਤ ਚਾਹੁੰਦੇ ਹੋ, ਅਸੀਂ ਖਾਲਸ ਭਾਰਤ ਚਾਹੁੰਦੇ ਆ। ਸਵੱਛ ਤੇ ਖਾਲਸ ਦੇ ਅਰਥਾਂ 'ਚ ਕੀ ਫਰਕ ਹੈ ਮੈਨੂੰ ਮੋਦੀ ਸਮਝਾ ਦੇਵੇ। ਮੇਰੇ ਨਾਲ ਬੈਠੇ ਮੋਦੀ, ਮੈਂ ਮੋਦੀ ਨਾਲ ਜ਼ਿੰਦਗੀ ਭਰ ਬੈਠਣ ਨੂੰ ਤਿਆਰ ਹਾਂ। ਜੇ ਮੈਂ ਹਾਰ ਜਾਣਾ, ਮੋਦੀ ਮੇਰੀ ਬੋਟੀ ਕਰਕੇ ਪਤੀਲੇ 'ਚ ਪਾਵੇ, ਨਹੀਂ ਤਾਂ ਮੋਦੀ ਨੂੰ ਦੱਸੋ ਉਹਨੂੰ ਕੀ ਸਜ਼ਾ ਦਿੱਤੀ ਜਾਵੇ। ਮੋਦੀ ਆਪਣੀ ਸਜ਼ਾ ਆਪ ਨਿਯਤ ਕਰੇ। ਇਹ ਨਹੀਂ ਲੱਗਦਾਗਾ ਵੀ ਜਿਵੇਂ ਹੁਣ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਨੇ। ਮੈਂ ਦੱਸਦਾ ਆਉਣਾ ਉੱਥੇ, ਮੈਂ ਹੁਣ ਜਲਦੀ ਆਉਣਾ ਉੱਥੇ ਹੀ। ਜਿਹੜਾ ਇਹ ਕਿਸਾਨ ਅੰਦੋਲਨ ਪੈਦਾ ਕੀਤਾ ਹੈ ਨਾ, ਇਹ ਕਿਸੇ ਕਿਸਾਨ ਨੇ ਪੈਦਾ ਨਹੀਂ ਕੀਤਾ, ਇਹ ਭਾਰਤ ਦੀ ਸਰਕਾਰ ਨੇ ਪੈਦਾ ਕੀਤਾ। ਕਿਉਂ ਕੀਤਾ ਹੈਗਾ? ਕਿਉਂਕਿ 130 ਕਰੋੜ ਦੀ ਆਬਾਦੀ ਵਿੱਚ ਇਹਨੂੰ ਕਿਸਾਨ ਦੋ ਦਿਸ ਰਹੇ ਨੇ। ਕਿਹੜੇ ਕਿਹੜੇ? ਅਡਾਨੀ ਤੇ ਅੰਬਾਨੀ, ਜਿਨ੍ਹਾਂ ਨੇ ਇਹ ਨਹੀਂ ਪਤਾ ਕਣਕ ਬੀਜੀ ਦੀ ਕਦੋਂ ਹੈ, ਵੱਢੀ ਦੀ ਕਦੋਂ ਹੈ, ਕਣਕ ਦੀ ਬੱਲੀ ਉੱਤੇ ਲੱਗਦੀ ਹੈ ਕਿ ਜੜ 'ਚ ਲੱਗਦੀ ਹੈ। ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈਗਾ, ਉਹਨਾਂ ਦੇ ਹਵਾਲੇ ਕਰਕੇ ਹਿੰਦੁਸਤਾਨ ਦਾ ਜੋ ਕੁਝ ਇਹਨਾਂ 73 ਸਾਲਾਂ ਵਿੱਚ ਪਹਿਲਾਂ ਨਹੀਂ ਸੀ ਵਿਗੜਿਆ, ਉਹ ਇਹਨਾਂ 14 ਤੋਂ ਲੈ ਕੇ ਅੱਜ 21 ਤੱਕ 7 ਸਾਲਾਂ ਦੇ ਵਿੱਚ ਸਵਾ ਸੱਤਿਆਨਾਸ਼ ਕਰਕੇ ਰੱਖ ਦਿੱਤਾ ਇਸ ਮੋਦੀ ਸਰਕਾਰ ਨੇ ਤੇ ਮੋਦੀ ਦੀ ਤਿੱਕੜੀ ਨੇ। ਸ਼ਰਮ ਲਾਤੀ ਇਹਨਾਂ ਨੇ। ਸਾਡੇ ਰੋਟੀਆਂ ਖੋਲੀਆਂ, ਲੋਕਾਂ ਨੂੰ ਘਰੋਂ ਉਜਾੜ ਦਿੱਤਾ। ਜੇ ਲੋਕ ਆਪਣੀ ਵਿਥਿਆ ਕਰਨ ਵਾਸਤੇ ਪਹਿਲਾਂ ਪੰਜਾਬ ਤੋਂ ਤੁਰੇ ਤੇ ਫਿਰ ਦਿੱਲੀ ਦੀਆਂ ਬਰੂਹਾਂ ਤੇ ਜਾ ਬੈਠੇ, ਇਹਨਾਂ ਨੇ ਉਹਨਾਂ ਨੂੰ ਜਿਹੜਾ ਸੀ ਅੱਤਵਾਦੀ ਤੇ ਵੱਖਵਾਦੀ ਗਰਦਾਰਨਾ ਸ਼ੁਰੂ ਕੀਤਾ।
26 ਜਨਵਰੀ ਜੋ ਕੁਝ ਕਾਰਾ ਮੋਦੀ ਨੇ ਕੀਤਾ ਹੈਗਾ ਨਾ, ਉਹਦੀ ਬਦੌਲਤ ਹੈ ਕਿ ਅੱਜ ਅਸੀਂ ਇੱਥੇ ਫੂਲ ਮਹਾਰਾਜ ਦੇ ਵਿੱਚ ਇਕੱਠੇ ਹੋਏ ਹਾਂ। ਕਾਰਨ ਸਾਡੀ ਨੌਜਵਾਨੀ ਜਿਹੜੀ ਹੈਗੀ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਰੱਖ ਦਿੱਤਾ। ਕੀ ਖੋਇਆ ਇਸ ਨੌਜਵਾਨੀ ਨੇ, ਕੀ ਵਿਗਾੜ ਦਿੱਤਾ ਇਹਨਾਂ ਦਾ ਜਿਹੜਾ ਹੈਗਾ ਸਾਡੀ ਨੌਜਵਾਨੀ ਨੇ। ਪੁੱਛਣਾ ਚਾਹੁੰਦੇ ਹਾਂ ਅਸੀਂ ਇਹਨਾਂ ਨੂੰ, ਤੁਹਾਡੇ ਰੰਨ ਨਹੀਂ ਕੰਨ ਨਹੀਂ, ਧਿਆਨ ਨਾਲ ਸੁਣ ਲਓ, ਧਿਆਨ ਦਿਓ ਆਪਣੇ ਘਰਾਂ ਵੱਲ। ਤੁਸੀਂ ਵਿਆਹ ਕਰਾਏ ਤੇ ਛੱਡ ਦਿੱਤੇ, ਉਹ ਇਨਸਾਨੀਅਤ ਹੈ? ਡੁੱਬ ਕਿਉਂ ਨਹੀਂ ਮਰਦੇ? ਤੁਹਾਡਾ ਮਾਂ ਨਾਲ ਤੁਹਾਡੀ ਨਹੀਂ ਬਣਦੀ, ਘਰ ਵਾਲੀ ਨਾਲ ਤੁਹਾਡੀ ਨਹੀਂ ਬਣਦੀ, ਪਿਓ ਨਾਲ ਤੁਹਾਡੀ ਨਹੀਂ ਬਣਦੀ, ਭਾਈਆਂ ਨਾਲ ਤੁਹਾਡੀ ਨਹੀਂ ਬਣਦੀ। ਲੁੱਟ ਕੇ ਖਾਂਦੇ ਰਹੇ, ਤੁਹਾਡੇ ਨਾਲ ਰਹੇ 40-40 ਸਾਲ ਲੋਕ ਜਿਹੜੇ ਤੁਹਾਡੇ ਨਾਲ ਖੇਡਦੇ ਰਹੇ, ਕੁੱਦਦੇ ਰਹੇ, ਵੱਡੇ ਹੋਏ ਛੋਟੇ ਹੋਏ, ਉਹ ਤੁਹਾਨੂੰ ਲਾਹਣਤਾਂ ਪਾ ਰਹੇ ਨੇ। ਦੇਸ਼ ਦਾ ਸਾਧ ਵਰਗ ਜਿਹੜਾ ਤੁਹਾਨੂੰ ਲਾਹਣਤਾਂ ਪਾ ਰਿਹਾ, ਦੇਸ਼ ਦਾ ਜਿਹੜਾ ਬੁੱਧੀਜੀਵੀ ਵਰਗ ਹੈ ਤੁਹਾਨੂੰ ਲਾਹਣਤਾਂ ਪਾ ਰਿਹਾ, ਦੇਸ਼ ਦੀਆਂ ਨੌਜਵਾਨ ਲੜਕੀਆਂ ਤੁਹਾਨੂੰ ਲਾਹਣਤਾਂ ਪਾ ਰਹੀਆਂ। ਤੁਹਾਡੀ ਸ਼ਰਮ ਹਯਾ ਖਤਮ ਹੋ ਗਈ। ਬਾਪੂ ਜੀ ਤੁਸੀਂ 84 ਵੀ ਦੇਖੀ ਆ, ਉਸ ਤੋਂ ਪਹਿਲਾਂ ਦੇ ਜਿਹੜੇ 78 ਦੇਖੀ ਆ। ਉਹਨਾਂ ਬੇਟੇ ਜਿਹੜਾ 78 ਸੀ ਨਾ ਰਾਜੇ, ਉਹੀ ਇਹਦੀ ਜੜ ਹੈ ਅੱਜ ਕੱਲ੍ਹ ਦੇ ਇਸ ਦੀ। ਸਾਡੇ ਲੋਕ ਜਿਹੜੇ ਸੀ ਇਹਨਾਂ ਨੇ ਖਰੀਦ ਕੇ, ਸਾਡੇ ਜਿਹੜੇ ਗਦਾਰ ਨੇ ਉਹ ਖਰੀਦ ਕੇ ਆਪਣੇ ਨਾਲ ਲਾ ਕੇ ਸਾਨੂੰ ਬਹੁਤ ਸਾਰੇ ਭੁਚਲਾਵੇਂ ਦੇ ਕੇ ਇਹਨਾਂ ਨੇ ਮਗਰ ਲਾ ਕੇ ਜਿਹੜਾ ਸੀ ਉਹ ਸਾਦਾ ਪਾਦਾ ਕਰਦੇ। ਪਹਿਲਾਂ ਤਾਂ ਸਾਤੋਂ 78 ਨਹੀਂ ਸੰਭਲਿਆ, ਉਹਦੇ ਜਿਹੜੇ ਸ਼ਹੀਦ ਹੋਏ ਅੰਮ੍ਰਿਤਸਰ ਦੇ ਵਿੱਚ ਨਾ, ਉਹਨਾਂ ਦੀ ਕੁਰਬਾਨੀ ਦਾ ਅਸੀਂ ਅੱਜ ਤੱਕ ਦੇਣ ਨਹੀਂ ਦੇ ਸਕੇ। ਉਸ ਤੋਂ ਬਾਅਦ 84 ਆਇਆ। 84 ਦੇ ਵਿੱਚ ਇਹਨਾਂ ਦੇ ਸੁਬਰਾਮਨੀਅਮ ਨੂੰ ਪੁੱਛ ਕੇ ਦੇਖੋ, ਕਹਿੰਦਾ ਹੈਗਾ ਇੱਕ ਸਾਧ ਮਰਵਾਤਾ ਇੰਦਰਾ ਨੇ, ਸਾਧ ਮਰਵਾਤਾ ਇਹਨਾਂ ਮੋਦੀ ਭਗਤਾਂ ਨੇ। ਕਿਹੜਾ ਸਾਧ? ਸੰਤ ਭਿੰਡਰਾਂ ਵਾਲਾ, ਸੰਤ ਭਿੰਡਰਾਂ ਵਾਲਾ। ਮੈਂ ਨਾਲ ਰਿਹਾ ਉਹਨਾਂ ਦੇ, ਮੈਂ ਉਹਨਾਂ ਦੇ ਨਾਲ 2 ਸਾਲ ਕੱਢੇ ਨੇ। 2 ਸਾਲ ਦੇ ਵਿੱਚ ਜੋ ਮੈਂ ਦੇਖਿਆ, ਇੰਨਾ ਸੱਚਾ ਸੁੱਚਾ ਆਦਮੀ ਮੈਂ ਅੱਜ ਤੱਕ ਜ਼ਿੰਦਗੀ 'ਚ ਨਹੀਂ ਦੇਖਿਆ। ਮੇਰੇ ਪਿਤਾ ਜੀ ਵੀ ਸਾਧ ਭਗਤ ਸਨ, ਮੇਰਾ ਘਰ ਅੱਜ ਤੱਕ ਵੀ ਸਾਧ ਭਗਤੀ ਹੈ। ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਇਨਸਾਨ ਕੌਣ ਹੈ ਤੇ ਹੈਵਾਨ ਕੌਣ ਹੈ, ਕਿਉਂਕਿ ਹੈਵਾਨ ਨੂੰ ਕਦੇ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਇਨਸਾਨ ਹੁੰਦਾ ਕੌਣ ਹੈ, ਕਿਉਂਕਿ ਆਪਣੇ ਹੈਵਾਨੀਅਤ ਕਰਨੀ, ਉਹਨੇ ਲੁੱਟਣਾ, ਕਸੁੱਟਣਾ, ਸੋ ਕਰਨਾ। ਉਹਦੇ ਵਿੱਚੋਂ ਲੰਘ ਕੇ 84 ਬੀਤ ਗਿਆ। 84 ਦੇ ਸ਼ਹੀਦਾਂ ਦੇ ਸਾਕੇ ਅੱਜ ਤੱਕ ਨੇ ਜੇਲ੍ਹਾਂ ਕੱਟ ਚੁੱਕੇ, ਸਜ਼ਾਵਾਂ ਭੁਗਤ ਚੁੱਕੇ, ਅਜੇ ਡਰਦੇ ਨੇ ਉਹਨਾਂ ਤੋਂ, ਜੇ ਬਾਹਰ ਆ ਕੇ ਪਤਾ ਨਹੀਂ ਸਾਡਾ ਕੀ ਬਣੂਗਾ। ਉਹ ਕੰਜਰੋ, ਮੇਰੇ ਮੂੰਹ 'ਚੋਂ ਭੈੜੇ ਸ਼ਬਦ ਨਿਕਲਦੇ ਨੇ, ਜੱਜਦੇ ਨਹੀਂ ਹੈਗੇ, ਪਰ ਮੇਰੀ ਆਤਮਾ ਦੇ ਵਿੱਚੋਂ ਨਿਕਲ ਰਹੇ ਨੇ। ਉਹ ਤੁਹਾਨੂੰ ਬਚਾਉਣ ਵਾਲਿਆਂ ਨੂੰ ਤੁਸੀਂ ਜੇਲ੍ਹਾਂ ਡੱਕ ਦਿੱਤਾ, ਬਚੋਗੇ ਕਿੱਥੋਂ? ਕਦੇ ਸਾਨੂੰ ਕਹਿੰਦੇ ਹੋ ਪਾਕਿਸਤਾਨ ਚਲੇ ਜਾਓ, ਕਦੇ ਕਿੱਥੇ। ਤੁਸੀਂ ਬੜੇ ਨਾਅਰੇ ਲਾਏ, ਪਹਿਲਾਂ ਵੀ ਲਾਏ, ਹੁਣ ਵੀ ਲਾਉਨੇ ਹੋ। ਪਾਕਿਸਤਾਨ ਕਿਉਂ ਚਲੇ ਜਾਈਏ? ਮੁਲਕ ਸਾਡਾ ਹੈ। ਇਹ ਅੰਮ੍ਰਿਤਸਰ ਬਾਘਾ ਬੋਰਡ ਤੋਂ ਲੈ ਕੇ ਤੁਰ ਅਸਾਮ ਤੱਕ ਸਾਡਾ ਹੀ ਹੈ। ਉਧਰੋਂ ਹੇਮਕੁੰਟ ਤੋਂ ਲੈ ਕੇ ਤੁਰ ਤੁਹਾਡਾ ਕੰਨਿਆ ਕੁਮਾਰੀ ਤੱਕ ਸਾਡਾ ਹੀ ਹੈ। ਤੁਸੀਂ ਕੌਣ ਹੋ ਇਸ ਮੁਲਕ ਦੇ? ਤੁਹਾਡੀ ਕੀ ਕੁਰਬਾਨੀ ਹੈ? ਤੁਹਾਡੀ ਕੀ ਦੇਣ ਹੈ ਇਸ ਮੁਲਕ ਨੂੰ? ਇੱਕ ਗਿਣਿਆ ਤਾਂ ਦਿਓ, ਇੱਕ ਵੀ ਗੱਲ ਤਾਂ ਦੱਸ ਦਿਓ। ਆਹ ਜਿਹੜੇ ਕਿਸਾਨ ਅੱਜ ਤੁਹਾਡੀਆਂ ਬਰੂਹਾਂ ਤੇ ਬੈਠੇ ਨੇ, ਦੇਸ਼ ਭਗਤ ਨੇ, ਇਹ ਦੇਵਤਾ ਲੋਕ ਨੇ। ਜਾ ਕੇ ਜਿਹੜੀ ਇੱਕ ਇਕੱਲਾ ਬੰਦਾ ਜਿਹੜਾ ਹੈਗਾ ਸਾਡਾ, ਉਹ ਤੁਹਾਨੂੰ ਸਾਰੇ ਮੁਲਕ ਨੂੰ ਸਾਂਭ ਕੇ ਤੁਹਾਡੇ ਨਾਲ ਆ ਕੇ ਅੜ ਕੇ ਜਿਹੜਾ ਗੱਲ ਕਰਕੇ ਤੁਹਾਨੂੰ ਦਲੀਲ ਦੇ ਕੇ ਸਮਝਾ ਸਕਦਾ ਹੈ ਕਿ ਕਿਸਾਨ ਅੰਦੋਲਨ ਨੂੰ ਜਿਵੇਂ ਕਿਸਾਨ ਮੰਗਦੇ ਨੇ ਉਵੇਂ ਸਮਾਪਤ ਕਰ ਦਿਓ, ਨਹੀਂ ਤਾਂ ਤੁਹਾਡਾ ਬੇੜਾ ਗਰਕ ਹੋਣ ਵਾਲਾ ਹੀ ਹੈ। ਕਿਸਾਨਾਂ ਨੂੰ ਸਾਰਾ ਸਿਆਲ ਉਹਨਾਂ ਦੇ ਸਿਰ ਤੇ ਕਢਾਤਾ। ਨਿੱਕੇ ਨਿੱਕੇ ਬੱਚਿਆਂ ਨਾਲ ਤਸ਼ੱਦਦ ਕਰਕੇ ਜੋ ਬੈਰੀਕੇਡ ਲਾਏ ਉਹ ਲੰਘਾਤੇ। 78 ਭੁਗਤਿਆ, 84 ਭੁਗਤਿਆ, ਅੱਜ ਸਾਡੇ ਤੇ 2021 ਆ ਗਿਆ। 2021 ਦੇ ਵਿੱਚ 11 ਮੀਟਿੰਗਾਂ ਹੋਈਆਂ ਨੇ ਉਹਨਾਂ ਦੇਸ਼ ਭਗਤਾਂ ਦੀਆਂ। ਉਹ ਜਿਹੜੇ ਅੰਨਦਾਤਾ ਨੇ ਉਹਨਾਂ ਨੇ 11 ਮੀਟਿੰਗਾਂ, ਉਹਨਾਂ ਦੇ ਇਕੱਲਾ ਬੰਦਾ ਬੁੱਧੀਜੀਵੀ ਹੈ। ਇੱਕ ਆ ਕੇ ਕਹਿੰਦੇ ਜੀ ਇਹਨਾਂ ਦਾ ਤਾਂ ਇੱਕ ਹੀ ਹੈ ਨਹੀਂ। ਤੁਹਾਨੂੰ ਕਿਵੇਂ ਲੱਗਦਾ ਇੱਕਾ ਨਹੀਂ? ਤੁਸੀਂ ਕਿਵੇਂ ਭਾਲ ਲਿਆ ਇੱਕਾ ਨਹੀਂ? ਪੁੱਛੋ ਜਾ ਕੇ ਰਾਜੇਵਾਲ ਨੂੰ ਇੱਕਾ ਹੈ ਕਿ ਨਾ ਹੈ। ਉਹ ਦੇਵ ਪੁਰਸ਼ ਜਿਹੜਾ ਹੈਗਾ ਰਾਜੇਵਾਲ, ਸਾਰੇ ਹਿੰਦੁਸਤਾਨ ਨੂੰ ਸੰਭਾਲੀ ਬੈਠਾ। ਅੱਜ ਉਹਦੀ ਦੇਣ ਦੇਵੋਗੇ ਕਿੱਥੇ ਜੇ ਉਹਨਾਂ ਨੌਜਵਾਨਾਂ ਨੂੰ? ਅੱਜ ਆ ਸਾਡਾ ਲੱਖਾ ਸਦਾਣਾ ਇਸ ਇਲਾਕੇ ਦਾ ਬੰਦਾ ਹੈ, ਇਹਨੇ ਜਾ ਕੇ ਜੇ ਅੱਜ ਕਹਿੰਦੇ ਗੈਂਗਸਟਰ ਰਿਹਾ, ਮੈਂ ਕਹਿੰਦਾ ਨਹੀਂ ਰਿਹਾ ਕਦੇ। ਗੈਂਗਸਟਰ ਕੌਣ ਹੁੰਦਾ? ਗੈਂਗਸਟਰ ਤੁਸੀਂ ਬਣਾਇਆ, ਗੈਂਗਸਟਰ ਨਹੀਂ ਹੈਗਾ। ਇਹ ਦੇਸ਼ ਭਗਤ ਹੈ। ਇਹ ਦੇਸ਼ ਭਗਤ ਨੂੰ ਤੁਸੀਂ ਫੜ ਕੇ ਅੰਦਰ, ਕੀ ਕਸੂਰ ਹੈ ਇਹਦਾ? ਆਓ ਸਾਹਮਣੇ ਬਹਿ ਕੇ ਗੱਲ ਕਰੋ। ਜੇ ਕਸੂਰ ਆ, ਸਜ਼ਾ ਅਸੀਂ ਦਿੰਨੇ ਆ, ਤੁਸੀਂ ਕੀ ਸਜ਼ਾ ਦਿਓਗੇ? ਤੁਸੀਂ 4 ਡੰਡੇ ਮਾਰ ਲਓਗੇ, 4 ਪੱਠੇ ਮਾਰ ਲਓਗੇ, ਇਹੀ ਕਰੋਗੇ ਨਾ। ਸਾਡੇ ਜਿੰਨੀ ਸਜ਼ਾ ਤੁਸੀਂ ਨਹੀਂ ਦੇ ਸਕਦੇ। ਬੰਦੇ ਬਣ ਜਾਓ, ਬੰਦੇ ਦੇ ਪੁੱਤ ਬਣ ਜਾਓ। ਪਰ ਗੱਲ ਕਰਦੇ ਆਂਗੇ ਕਿਸਾਨੀ ਅੰਦੋਲਨ ਦੀ, ਉੱਥੋਂ ਸਟੇਜ ਤੋਂ ਬਿਆਨ ਹੁੰਦੇ ਨੇ ਵੀ ਲੱਖਾ ਸਦਾਣਾ ਵੀ ਗਦਾਰ ਆ, ਦੀਪ ਸਿੱਧੂ ਵੀ ਗਦਾਰ ਆ। ਉਹਨਾਂ ਨੂੰ ਕਿਵੇਂ ਦੇਖਦੇ ਹੋ ਬਿਆਨਾਂ ਨੂੰ? ਦੇਖੋ ਬੇਟਾ, ਗੱਲ ਇਹ ਹੈਗਾ, ਜਦੋਂ ਕੋਈ ਕਿਸੇ ਨੇ ਨਾ, ਜੇ ਤੁਹਾਨੂੰ ਅਸੀਂ ਮੁਖਤਿਆਰ ਕਰਦਾ ਬਣਾ ਦਿੱਤਾ, ਤੁਹਾਡੇ ਉਲਟ ਚੱਲ ਕੇ ਮੈਂ ਹੀ ਕੋਈ ਗੱਲ ਕਰ ਦੇਣਾ ਤਾਂ ਉਪਰੀ ਲੱਗਣ ਲੱਗ ਜਾਂਦੀ ਹੈ। ਇਹਨਾਂ ਮੁੰਡਿਆਂ ਨੂੰ ਜੋਸ਼ ਸੀ, ਜੋਸ਼ ਵਿੱਚ ਆ ਕੇ ਇਹਨਾਂ ਨੇ ਦੇਖਿਆ ਵੀ ਸਾਡਾ ਕਿਸਾਨ ਅੰਦੋਲਨ ਲੰਮਾ ਹੁੰਦਾ ਜਾ ਰਿਹਾ, ਅਸੀਂ ਥੋੜ੍ਹਾ ਜਿਹਾ ਜਿਹੜਾ ਸੀਗਾ ਇਹਨਾਂ ਪਾਸਾ ਪਲਟੀਏ। ਇਹਦੇ ਵਿੱਚ ਮੋਦੀ ਦੀ ਚਾਲ ਸੀ, ਕਿਉਂਕਿ ਮੋਦੀ ਨੇ ਸੁਪਰੀਮ ਕੋਰਟ 'ਚ ਬਿਆਨ ਦਿੱਤੇ ਸੀ ਕਿ ਜੀ ਇਹ ਵੱਖਵਾਦੀ ਨੇ, ਇਹ ਅੱਤਵਾਦੀ ਨੇ, ਇਹ ਜੀ ਤਸ਼ੱਦਦ ਕਰਦੇ ਨੇ। ਉਹਨੂੰ ਸਾਬਤ ਕਰਨ ਵਾਸਤੇ ਸਾਡੇ ਮੁੰਡਿਆਂ ਨੂੰ ਗੁੰਮਰਾਹ ਕਰਕੇ ਉਸ ਪਾਸੇ ਲਾ ਲਿਆ। ਉਹਨਾਂ ਦਾ ਕਸੂਰ ਕੋਈ ਨਹੀਂ ਹੈਗਾ, ਕਸੂਰ ਇੱਕੋ ਹੀ ਹੈ। ਜੇ ਕਿਤੇ ਜ਼ਬਤ 'ਚ ਰਹਿ ਜਾਂਦੇ ਨਾ, ਉਸ ਦਿਨ ਮੋਦੀ ਦੀ ਬੂਥ ਲੱਗ ਜਾਂਦੀ, ਬੂਥ।
ਰਾਜੇਵਾਲ ਖੁਦ ਅੱਗੇ ਖੜੇ ਸੀਗੇ, ਉਗਰਾਹਾਂ ਖੁਦ ਅੱਗੇ ਖੜੇ ਸੀ, ਟਕੈਤ ਖੁਦ ਅੱਗੇ ਖੜਾ ਸੀ, ਡਾਕਟਰ ਦਰਸ਼ਨਪਾਲ ਖੁਦ ਅੱਗੇ ਲੱਗੇ ਹੋਏ ਸੀ। ਸਾਰੀ ਜਥੇਬੰਦੀ ਜਿੰਨੀ ਦੇਸ਼ ਭਗਤਾਂ ਦੀ ਸੀਗੀ ਉਹ ਸਾਰੀ ਅੱਗੇ ਸੀ, ਠੀਕ ਥਾਂ ਤੇ ਜਾ ਰਹੇ ਸੀ, ਵਧੀਆ ਚੱਲ ਰਿਹਾ ਸੀ। ਲੇਕਿਨ ਇਹਨਾਂ ਨੇ ਆਪਣੀ ਨਾ ਸੁਪਰੀਮ ਕੋਰਟ ਦੇ ਵਿੱਚ ਸਿਰਫ ਰਿਪੋਰਟ ਦੇਣ ਵਾਸਤੇ ਸਾਰੀ ਕਾਲੀ ਕਰਤੂਤ ਜਿਹੜੀ ਕਾਲੀ ਰਚਨਾ ਇਹਨਾਂ ਨੇ ਕੀਤੀ ਹੈ, ਇਹਨਾਂ ਨੂੰ ਪੁੱਠੀ ਪਊਗੀ, ਪੁੱਠੀ ਪਊਗੀ, ਭੁਗਤਣਗੇ ਹਰ ਹਾਲਤ ਵਿੱਚ ਭੁਗਤ। ਸਾਡੇ ਅੰਦਰੋਂ ਸੀਸਾਂ ਨਹੀਂ ਨਿਕਲ ਰਹੀਆਂ, ਅਸੀਂ ਦੁਖੀ ਹਾਂ। ਮੈਂ ਚੱਲ ਕੇ ਆਇਆ 200 ਕਿਲੋਮੀਟਰ ਤੋਂ, ਮੈਂ 200 ਕਿਲੋਮੀਟਰ ਚੱਲ ਕੇ ਆ ਕੇ ਮੈਨੂੰ ਪਤਾ ਮੇਰੇ ਨਾਲ ਬੱਸਾਂ ਦਾ ਕੀ ਹਾਲ ਹੋਇਆ। ਲੋਕਾਂ ਤੇ ਆਉਂਦੇ ਤੁਰਦੇ ਬੈਠਦੇ ਤਾਂ ਤੁਸੀਂ ਕੁਦਰਤੀ ਮਿਲ ਕੇ ਇੱਥੇ ਬਿਠਾ ਲਿਆ, ਤੁਹਾਡੇ ਨਾਲ ਗੱਲ ਖੁੱਲ੍ਹ ਗਈ ਹੈ। ਇਹ ਕਿਸਾਨ ਅੰਦੋਲਨ ਬੇਟਾ ਕਾਮਯਾਬ ਹੋਊਗਾ, ਇਹ ਕਦੇ ਫੇਲ ਨਹੀਂ ਹੁੰਦਾ। ਇਹਦੇ 'ਚ ਏਕਤਾ ਹੈਗੀ ਹੈ, ਇਹਦੇ 'ਚ ਨਾ ਮੂਸੇ ਦਾ ਨਾ ਕਿਸੇ ਹੋਰ ਦਾ ਜਾਂ ਨਾ ਸਾਡੇ ਲੱਖੇ ਸਿਧਾਣੇ ਦਾ ਕੋਈ ਕਸੂਰ ਹੈ। ਜੇ ਕਸੂਰ ਹੈ ਤਾਂ ਇਕੱਲੇ ਤੇ ਇਕੱਲਾ ਉਹਨਾਂ ਤਿੰਨ ਤਿੱਕੜੀ ਦਾ ਕਸੂਰ ਹੈ, ਮੋਦੀ, ਸ਼ਾਹ ਤੇ ਉਹ ਜਿਹੜਾ ਤੋਮਰ ਹੈ। ਚੌੜੇ ਕਰਨਗੇ ਕਿ ਜੀ ਕਿਸਾਨਾਂ ਨੇ ਸਾਨੂੰ ਦੱਸਿਆ ਕੁਛ ਨਹੀਂ। ਉਹ 11 ਮੀਟਿੰਗਾਂ ਕਰ ਲੀਆਂ, ਤੁਹਾਡੀ ਅਕਲ ਜਿਹੜੀ ਹੈਗੀ ਆ ਖਤਮ ਹੋ ਗਈ, ਤੁਹਾਡੇ ਦਿਮਾਗ ਦੇ ਖਾਨੇ ਜਿਹੜੇ ਸੀ ਭੁਰ ਗਏ। 11 ਮੀਟਿੰਗਾਂ 'ਚ ਤਾਂ ਤੁਹਾਨੂੰ ਲੱਲੇ ਪਾਤਾ ਇਹਨਾਂ ਨੇ, ਤੁਹਾਨੂੰ ਅੱਗੇ ਲਾ ਕੇ ਤੁਹਾਨੂੰ ਗੱਲ ਨਹੀਂ ਆਉੜੀ ਕਿ ਕਿਸਾਨ ਅੰਦੋਲਨ ਜਿਹੜੇ ਸਾਰੇ ਕਾਲੇ ਕਾਨੂੰਨ ਨੇ। ਤੁਸੀਂ ਕਹਿੰਦੇ ਹੋ ਦੱਸੋ ਕਾਲਾ ਕੀ ਹੈ, ਕਿਸਾਨ ਕਹਿ ਰਹੇ ਸਾਨੂੰ ਇਹ ਦੱਸੋ ਚਿੱਟਾ ਕੀ ਹੈ। ਜਿਹੜੀ ਸਾਰੀ ਚੀਜ਼ ਕਾਲੀ ਉਹ 'ਚ ਚਿੱਟਾ ਦੱਸਣ ਕੀ। ਇਹ ਕਾਨੂੰਨਾਂ ਨੂੰ ਵਾਪਸ ਲੈ ਲਓ, ਚੰਗੇ ਰਹੋਗੇ, ਤੁਹਾਡੀ ਜਿਹੜੀ ਅਜੇ ਵੀ ਇੱਜ਼ਤ ਮਾਣ ਰਹਿ ਜਾਊਗਾ। ਨਹੀਂ ਤਾਂ ਜਿਵੇਂ ਪਬਲਿਕ ਦਾ ਹੜ੍ਹ ਆ ਰਿਹਾ ਨਾ, ਇਹ ਹੜ੍ਹ ਤੁਹਾਨੂੰ ਵਗਾ ਕੇ ਲੈ ਜਾਊਗਾ। ਪਹਿਲਾਂ ਕੋਈ ਇਹਦੇ ਮੂਹਰੇ ਖੜਿਆ ਨਹੀਂ ਅੱਜ ਤੱਕ। ਕੱਲਾ ਇੱਕ ਸ਼ੇਰ ਬਹਾਦਰ ਜਿਹੜਾ ਸੀਗਾ ਨਾ, ਉਹ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਗਰਜਿਆ, ਜਿਹਨੂੰ ਗਰਜਣ ਤੋਂ ਬਾਅਦ ਉਹਦੇ ਪੁਸ਼ਤਿਆਂ ਨੇ ਕੁਰਬਾਨੀਆਂ ਕੀਤੀਆਂ। ਮੈਂ ਭਗਤ ਸਿੰਘ ਦੀ ਗੱਲ ਕਰ ਰਿਹਾ, ਉਹਨੇ ਜਾ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾ ਕੇ ਤੁਹਾਡੀ ਝੋਲੀ ਪਾਤਾ। ਤੁਹਾਡੀ ਝੋਲੀ ਲਾਇਕ ਨਹੀਂ ਸੀਗੀ, ਤੁਸੀਂ ਇਸ ਪਦਵੀ ਦੇ ਲਾਇਕ ਨਹੀਂ ਸੀਗੇ ਮੋਦੀ। ਇਹ ਕੁਰਸੀ ਤੇਰੀ ਨਹੀਂ, ਇਹ ਕੁਰਸੀ ਇਹਨਾਂ ਦੇਸ਼ ਭਗਤਾਂ ਦੀ ਹੈ ਜਿਨ੍ਹਾਂ ਨੂੰ ਤੂੰ ਕੁਰਸੀਆਂ। ਤੁਸੀਂ ਉਸ ਨੇਕ ਰੂਹ ਦੇ ਨਾਲ ਰਹੇ ਹੋ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ, ਜਿਨ੍ਹਾਂ ਨੇ ਇੱਕ ਪੰਜਾਬ ਦੀ ਆਵਾਜ਼ ਬੁਲੰਦ ਕਰੀ ਆ। ਹੁਣ ਕੀ ਲੱਗਦਾ ਗਾ ਜਿਹੜੀਆਂ ਉਹੋ ਜਿਹੀਆਂ ਨੇਕ ਰੂਹਾਂ ਨੇ ਉਹ ਜੰਮ ਰਹੀਆਂ ਨੇ ਪਰ ਸਾਹਮਣੇ ਕਿਉਂ ਨਹੀਂ ਆ ਰਹੀਆਂ? ਬੇਟਾ ਨੇਕ ਰੂਹਾਂ ਦਾ ਕਦੇ ਅੰਤ ਨਹੀਂ ਹੋਇਆ ਕਰਦਾ, ਅੱਜ ਵੀ ਹੈਗੀਆਂ ਨੇ, ਮੈਨੂੰ ਨਾਂ ਤਾਂ ਭੁੱਲ ਜਾਂਦੇ ਨੇ। ਇੱਕ ਸਾਧ ਬੋਲ ਰਿਹਾ ਹੈਗਾ ਇਹਦੇ ਮਹਾਰਾਸ਼ਟਰ ਦੇ ਵਿੱਚੋਂ ਤੇ ਗੁਜਰਾਤ ਵਿੱਚੋਂ, ਇੱਕ ਸਾਧ ਬੋਲ ਰਿਹਾ ਇੱਥੇ ਦਿੱਲੀ ਦੀਆਂ ਬਰੂਹਾਂ ਤੇ ਆ ਕੇ, ਇੱਕ ਸਾਧ ਬੋਲਿਆ ਉਹਦੇ ਮੱਥੇ ਤੇ ਟਿੱਕਾ ਲੈ। ਹਿੰਦੂ ਨੇ ਅਸੀਂ, ਸਾਡਾ ਕਿਸੇ ਹਿੰਦੂ ਨਾਲ ਵੈਰ ਨਹੀਂ ਬੇਟਾ, ਸਾਡਾ ਵੈਰ ਤਾਂ ਜ਼ੁਲਮ ਨਾਲ ਹੈ। ਅਸੀਂ ਧੁਰ ਤੋਂ ਜ਼ੁਲਮ ਨਾਲ ਲੜਦੇ ਆਏ ਹਾਂ, ਜ਼ੁਲਮ ਲਈ ਕੁਰਬਾਨੀਆਂ ਦਿੰਦੇ ਆਏ ਹਾਂ। ਅੱਜ ਵੀ ਸਾਧ ਇਕੱਠੇ ਹੋਏ ਨੇ। ਅੱਜ ਸਾਧ ਜਿਹੜਾ ਉਹ ਕਹਿੰਦਾ, ਉਹਨੇ ਆ ਕੇ ਸ਼ਾਇਦ ਹਰਸ਼ ਇੱਦਾਂ ਦਾ ਕੋਈ ਨਾਂ ਹੈ ਉਹਨਾਂ ਦਾ, ਉਹ ਕਹਿੰਦੇ ਵੀ ਮੈਂ ਨਾ ਹੁਣ ਬੋਲੂੰਗਾ ਨਹੀਂ, ਮੈਂ ਸਾਧਾਂ ਨੂੰ ਇਕੱਠੇ ਕਰਕੇ ਤੇ ਦਰ ਤੇ ਲੈ ਕੇ ਜਾਊਂਗਾ। ਉਹ ਸ਼ਰਮ ਲੈ ਗਈ ਤੇਰੀ, ਉਹ ਮਰ ਜਾ ਡੁੱਬ ਕੇ, ਨੱਕ ਡੁਬੋ ਕੇ, ਚੱਪਣੀ 'ਚ ਨੱਕ ਡੁਬੋ ਕੇ ਮਰ ਜਾ। ਤੂੰ ਸਾਧਾਂ ਨੂੰ ਆਪਣੇ ਦਰ ਤੇ ਸੱਦ ਰਿਹਾ, ਉਹ ਜਿਨ੍ਹਾਂ ਦਾ ਪੈਦਾ ਕੀਤਾ ਤੂੰ ਬੋਲ ਰਿਹਾ ਹੱਥ ਚੌੜੇ ਕਰ ਕਰਕੇ। ਕਦੇ ਕਹਿੰਦਾ ਮੈਂ ਬੰਗਾਲ ਜਿੱਤਣਾ, ਕਦੇ ਕਹਿੰਦਾ ਮੈਂ ਆਪਣੀ ਜਿਹੜੀ ਹੈਗੀ ਆ ਬਿਹਾਰ ਜਿੱਤ ਲਿਆ, ਕਦੇ ਕਹਿੰਦਾ ਮੈਂ ਫਲਾਣਾ ਕਰ ਦੂੰ, ਕਦੇ ਧਮਕਾ। ਜਿੱਤਿਆ ਤੂੰ ਕੁਛ ਨਹੀਂ। ਇਹ ਤਾਂ ਕੇਵਲ ਤੇ ਕੇਵਲ EVM ਦੀ ਜਿਹੜੀ ਹੈਗੀ ਆ ਕਿਰਪਾ ਹੈ ਤੇਰੇ ਤੇ ਹੋਊਗੀ। ਲੇਕਿਨ ਯਾਦ ਰੱਖੀ EVM ਵੀ ਤੇਰੇ ਹੱਥੋਂ ਜਾਣ ਵਾਲੀ ਹੈ, ਰਾਜ ਵੀ ਜਾਣ ਵਾਲਾ। ਹੁਣ ਤੈਨੂੰ ਅਸੀਂ ਇੱਕ ਚੈਲੰਜ ਕਰਦੇ ਹਾਂ, ਤੈਨੂੰ ਵਾਰਨਿੰਗ ਦਿੰਦੇ ਹਾਂ, ਤੈਨੂੰ ਹੱਥ ਜੋੜ ਕੇ ਵੀ ਬੇਨਤੀ ਕਰਦੇ ਹਾਂ ਕਿ ਅਜੇ ਵੀ ਬੰਦੇ ਦਾ ਪੁੱਤ ਬਣ ਜਾ, ਅਜੇ ਵੀ ਪਿੱਛੇ ਮੁੜ ਜਾ। ਕੁਛ ਨਹੀਂ ਇਹਨਾਂ ਅਡਾਨੀਆਂ ਵਾਨੀਆਂ ਨੇ ਦੇਣਾ, ਇਹਨਾਂ ਅਡਾਨੀਆਂ ਵਾਨੀਆਂ ਨੇ ਤੂੰ ਸਾਰਾ ਹਿੰਦੁਸਤਾਨ ਵੇਚ ਦਿੱਤਾ। ਆਹ ਸਾਡੇ ਚੈਨਲ ਨੇ, ਅਸੀਂ ਪੈਸੇ ਦੇ ਦੇ ਕੇ ਚੈਨਲਾਂ ਦੇ ਉੱਤੇ ਜਿਹੜੀਆਂ ਫੀਸਾਂ ਭਰਦੇ ਹਾਂ, ਸਾਡੇ ਕਿਤੇ ਦੀ ਕਿਤੇ ਬੋਲ ਰਿਹਾ। ਬੁਲਾਉਂਦੇ ਹਾਂ ਅਸੀਂ ਭਗਤ ਸਿੰਘ ਨੂੰ ਤਾਂ ਬੋਲਦਾ ਹੈਗਾ ਸੰਗਤ ਸਿੰਘ, ਬੁਲਾਉਂਦੇ ਹਾਂ ਅਸੀਂ ਰਾਮ ਮੂਰਤੀ ਨੂੰ, ਬੋਲਦਾ ਸਾਡੇ ਸਾਹਮਣੇ ਸ਼ੰਕਰਪਾਲ। ਉਹ ਤੂੰ ਲੱਛਣ ਸੁਧਾਰ ਲੈ ਮੋਦੀ, ਲੱਛਣ ਸੁਧਾਰ ਲੈ। ਤੇਰੇ ਹੱਥ ਅੱਡਿਆਂ ਤੋਂ ਕੁਛ ਨਹੀਂ ਬਣਨਾ। ਹਿੰਦੁਸਤਾਨ ਨੂੰ ਗਰਕ ਕਰ ਦੇਗਾ, ਦੁਬਾਰੇ ਗੁਲਾਮ ਕਰ ਦੇਗਾ, ਟੋਟੇ ਕਰ ਦੇਗਾ। ਅਜੇ ਸੰਭਾਲਣ ਦਾ ਮੌਕਾ ਹੈਗਾ, ਤੈਨੂੰ ਮੌਕਾ ਦਿੱਤਾ ਇਹਨਾਂ ਨੇ, ਦੇਸ਼ ਭਗਤਾਂ ਨੇ। ਤੈਨੂੰ ਤੇਰੇ ਦਰ ਤੇ ਬੈਠ ਕੇ ਜਾਂਦੇ ਨਹੀਂ ਹਾਣੇ ਜੇ ਤੂੰ ਕਹੇ ਨਾ। ਇਹਨਾਂ ਦੇ ਮੂਹਰੇ ਬੈਰੀਕੇਡ ਲਾਤੇ। ਤੂੰ ਨਾ ਚੀਨ ਦੀ ਦੀਵਾਰ ਤਾਂ ਸੁਣੀ ਸੀ, ਇੱਕ ਹਿੰਦੁਸਤਾਨ ਦੇ ਦਿੱਲੀ ਤੇ ਦੀਵਾਰ ਨਿਕਲ ਗਈ ਤੇ ਮੂਹਰੇ ਲਾਤੇ ਲੋਹੇ ਦੇ ਕਿੱਲ। ਸ਼ਰਮ ਲਾ ਲਓ। ਸ਼ੇਰਾਂ ਨੂੰ ਕਿੱਲ ਕੀ ਕਹਿੰਦੇ ਨੇ, ਚੀਤਿਆਂ ਨੂੰ ਕਿੱਲ ਕੀ ਕਹਿੰਦੇ ਨੇ। ਉਹ ਤੇਰੇ ਉਹ ਬੈਰੀਕੇਡ ਜਿਹੜੇ ਇੱਕ ਟਕੈ ਉਹ ਹੈਗਾ ਆਪਣੇ ਕੀ ਇਹਨੂੰ ਕਹੇ ਖੱਟਰ ਹਰਿਆਣੇ ਦੇ ਵਿੱਚ, ਉਹ ਆਪਣੇ ਪਿੰਡਾਂ ਦੇ ਵਿੱਚ ਇੱਕ ਆਮ ਤੌਰ ਤੇ ਇੱਕ ਰਵਾਇਤ ਹੁੰਦੀ ਸੀ, ਜੇ ਕੋਈ ਗਊ ਮੱਝ ਜਿਹੜੀ ਹੈ ਨਾ ਦੁੱਧ ਨਾ ਦੇਵੇ ਲੱਤ ਮਾਰੇ, ਉਹਨੂੰ ਕਹਿੰਦੇ ਖੱਟਰ ਗਊ ਹੈ। ਖੱਟਰ ਦਾ ਮਤਲਬ ਇਹੀ ਹੈ ਜਿਹੜੀ ਖਾਵੇ ਤਾਂ ਸਾਰਾ ਕੁਛ ਤੇ ਵੰਡਣ ਲੱਗੇ ਲੱਤਾਂ ਮਾਰੇ। ਇਹਨੇ ਖੱਟਰ ਨੇ ਲੱਤਾਂ ਮਾਰ ਕੇ ਇਹਨਾਂ ਦੇ ਪਿੱਛੇ ਲਾ ਕੇ ਪਹਿਲਾਂ ਸ਼ੰਭੂ ਰੋਕਿਆ, ਫਿਰ ਹਰਿਆਣਾ ਰੋਕਿਆ। ਇੰਨੇ ਛਿੱਤਰ ਪਏ ਕਿ ਅੱਜ ਬੋਲਦਾ ਫਿਰ ਥੱਕਦਾ ਨਹੀਂ ਹੈਗਾ। ਮਰ ਜਾਓ, ਡੁੱਬ ਜਾਓ, ਚੱਪਣੀ 'ਚ ਨੱਕ ਡਬੋਲੋ। ਚੱਪਣੀ ਕਹਿੰਦੇ ਜਿਹੜੇ ਉੱਥੇ ਸਾਡੇ ਸ਼ਹੀਦ ਹੋਏ ਨੇ ਕਿਸਾਨ ਅੰਦੋਲਨ ਦੇ ਵਿੱਚ ਚੱਲਦੇ, ਉਹ ਤਾਂ ਇਹ ਕਹਿ ਰਹੇ ਨੇ ਕਿ ਇਹਨਾਂ ਨੇ ਤਾਂ ਮਰ ਹੀ ਜਾਣਾ ਸੀ, ਚਾਹੇ ਦੀ ਘਰੇ ਮਰ ਜਾਂਦੇ। ਦੇਖੋ, ਮਰਨਾ ਸੱਚ ਹੈਗਾ ਤੇ ਜਿਉਣਾ ਝੂਠ ਹੈ।
ਜੇ ਮਰਨਾ ਸੀ ਪਰ ਕਿਹਦੇ ਕਾਰਨ ਮਰੇ? ਤੁਹਾਡੇ ਕਾਰਨ। ਇਹ ਘਰੋਂ ਉੱਠ ਕੇ ਨਾ ਆਉਂਦੇ, ਆਪਣੇ ਬੱਚਿਆਂ 'ਚ ਮਰਦੇ ਨਾ, ਤੇ ਬੱਚਿਆਂ ਨੂੰ ਹੁੰਦਾ ਮੇਰਾ ਬਾਬਾ ਮੇਰੀ ਹਾਜ਼ਰੀ 'ਚ ਗਿਆ, ਠੀਕ ਹੈ, ਮੇਰਾ ਬਾਪ ਜਿਹੜਾ ਮੇਰੀ ਹਾਜ਼ਰੀ 'ਚ ਉਹਦੀ ਜਾਨ ਗਈ ਹੈ। ਤੁਸੀਂ ਜਾ ਕੇ ਜਿਹਨਾਂ ਨੂੰ ਮਾਰਨਾ 200 250 ਤੋਂ ਉੱਤੇ ਕੁਰਬਾਨੀਆਂ ਹੋ ਗਈਆਂ ਮੋਰਚੇ ਵਿੱਚ, ਤੁਹਾਨੂੰ ਅਜੇ 2 ਦਿਸ ਰਹੀਆਂ ਨੇ। ਤੁਹਾਡੀਆਂ ਐਨਕਾਂ ਖਤਮ ਹੋ ਗਈਆਂ, ਟੁੱਟ ਗਈਆਂ, ਕਸਮੈਲੀਆਂ ਹੋ ਗਈਆਂ, ਰੰਗ ਕਾਲੇ ਹੋ ਗਏ ਉਹਨਾਂ ਦੇ। ਉਹ ਸ਼ਰਮ ਕਰੋ ਮਾੜੀ ਮੋਟੀ ਯਾਰ, ਸ਼ਰਮ ਕੀ ਹੁੰਦੀ ਹੈ ਡਿਕਸ਼ਨਰੀ 'ਚ? ਨਹੀਂ ਤਾਂ ਮੇਰੇ ਕੋਲ ਆ ਕੇ ਪੜ੍ਹ ਲਓ। ਮੈਂ 40 ਸਾਲ ਐਜੂਕੇਸ਼ਨ ਦੇ ਵਿੱਚ ਰਿਹਾ, 40 ਸਾਲ। ਮੋਦੀ ਜੇ ਤੈਨੂੰ ਕੋਈ ਅੱਖਰ ਨਹੀਂ ਆਉਂਦਾ ਮੇਰੇ ਕੋਲ ਆ ਜਾ, ਕੋਈ ਫੀਸ ਨਹੀਂ ਲੈਂਦਾ, ਤੈਨੂੰ ਮੈਂ ਪੜ੍ਹਾਊਂਗਾ, ਤੈਨੂੰ ਬੰਦੇ ਦਾ ਪੁੱਤ ਬਣਾਊਂਗਾ। ਜੇ ਮੇਰੀ ਇਹ ਜਨਤਾ ਜਿਹੜੀ ਦਾਨੀ ਹੈ ਨਾ, ਫੇਰ ਮੰਨ ਗਈ, ਤੈਨੂੰ ਦੁਬਾਰੇ ਕੁਰਸੀ ਤੇ ਹੀ ਬਿਠਾ ਦੂੰਗਾ, ਪਰ ਬੰਦੇ ਦਾ ਪੁੱਤ ਬਣ ਜਾ। ਇੱਕ ਵਾਰੀ ਹੱਥ ਖੜੇ ਕਰਕੇ ਕਹਿ ਦੇ ਕਿ ਕਿਸਾਨੋ ਮੈਂ ਤੁਹਾਡੇ ਸਾਹਮਣੇ ਹਾਰ ਮੰਨਦਾ। ਹਾਰ ਨਾ ਕਹਿ ਤੂੰ, ਕਿਸਾਨੋ ਮੈਂ ਜੋ ਮੰਗਦੇ ਹੋ ਤੁਹਾਨੂੰ ਦੇਣ ਨੂੰ ਤਿਆਰ ਹਾਂ, ਹੱਥ ਬੰਨ੍ਹ ਕੇ ਕਹਿ ਦੇ। ਸਾਡੇ ਕਿਸਾਨ ਖੁਸ਼ ਹੋ ਜਾਣਗੇ, ਆਪਣੇ ਘਰਾਂ ਨੂੰ ਚਲੇ ਜਾਣਗੇ। ਆ ਬੀਬੀਆਂ ਬੈਠੀਆਂ, ਤੇਰੀਆਂ ਰਣੌਤ ਵਗੈਰਾ ਨੇ ਕੀ ਆ ਉਹਦਾ ਪੂਰਾ ਨਾਮ? ਮੈਨੂੰ ਆਉਂਦਾ ਵੀ ਨਹੀਂ ਪੂਰਾ। ਹਾਂਜੀ, ਕੰਗਣਾ ਰਣੌਤ। ਕਹਿੰਦੀ ਆ ਜਿਹੜੀ ਬੁੱਢੀ ਹੈ ਨਾ 80 ਸਾਲਾਂ ਦੀ, ਕਹਿੰਦੀ 100 ਰੁਪਏ ਤੇ ਆਈ ਹੈ। ਉਹ ਸ਼ਰਮ ਕਰ ਕੰਗਣਾ ਰਣੌਤ, ਬੇਟਾ ਤੂੰ ਸਾਡੀਆਂ ਬੱਚੀਆਂ ਵਰਗੀ ਹੈ। ਤੈਨੂੰ ਕਿਹਨੇ ਕਹਿਤਾ 100 ਰੁਪਈਆਂ ਵਾਲੇ ਨੇ? ਉਹ ਬੈਠੇ ਨੇ ਲੱਖਾਂ ਦੀ ਗਿਣਤੀ ਵਿੱਚ। ਜਾ ਕੇ ਦੇਖ, ਲੋਕ ਟਰਾਲੀਆਂ ਦੇ ਟਰਾਲਾਂ, ਟਰੱਕਾਂ ਦੇ ਟਰੱਕ, ਲਾਈਨਾਂ ਲੱਗੀਆਂ ਨੇ। ਕਿਸੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ, ਯੂਪੀ ਵਿੱਚ, ਉੱਤਰਾਖੰਡ ਦੇ ਵਿੱਚ, ਬਿਹਾਰ ਵਿੱਚ, ਬੰਗਾਲ ਵਿੱਚ, ਉੜੀਸਾ ਦੇ ਵਿੱਚ, ਕਰਨਾਟਕ ਵਿੱਚ, ਜਿੱਧਰ ਮਰਜ਼ੀ ਚਲੇ ਜਾ, ਰੇਲਾਂ ਭਰੀਆਂ ਆ ਰਹੀਆਂ ਨੇ ਦਿੱਲੀ ਵੱਲ ਨੂੰ, ਟਰੈਕਟਰ ਭਰੇ ਆ ਰਹੇ ਨੇ ਦਿੱਲੀ ਵੱਲ ਨੂੰ। ਕਿਉਂ? ਦਿੱਲੀ ਦਾ ਸਿਆਪਾ, ਦਿੱਲੀ ਦੇ ਮੋਦੀ ਦੀ ਮਕਾਨ ਦੇਣ ਆ ਰਹੇ ਨੇ। ਕਹਿੰਦੇ ਮੋਦੀ ਮਰ ਗਿਆ ਤੇ ਉਹਦੀ ਜਿਹੜੀ ਹੈਗੀ ਆ ਬੈਠਣ ਚੱਲਿਆ ਉਹਦੇ। ਉਹ ਨਹੀਂ, ਮੋਦੀ ਜਿਉਂਦਾ ਅਜੇ। ਮੋਦੀ ਦੀ ਆਵਾਜ਼ ਮਰ ਜੂਗੀ, ਮੋਦੀ ਮਰ ਜੂਗਾ, ਖਤਮ ਹੋ ਜੂਗਾ। ਸਿੰਘੋ ਹੌਸਲਾ ਰੱਖੋ, ਤੁਹਾਨੂੰ ਜਿਹੜੀ ਟੀਮ ਮਿਲੀ ਆ ਉਹਦੇ ਮਗਰ ਲੱਗ ਕੇ ਰਹੋ। ਸਾਡੇ ਸਿਧਾਣੇ ਦਾ, ਸਾਡੇ ਮੂਸੇ ਦਾ ਇਹ ਕੁਝ ਨਹੀਂ ਵਿਗਾੜ ਸਕਦੇ। ਉਹ ਮੂਸੇ ਸਿਧਾਣੇ ਸਾਡੀ ਇਸ ਟੀਮ ਦੇ ਹੀ ਬੱਚੇ ਨੇ। ਉਹ ਜਿਵੇਂ ਟੀਮ ਕਹੂਗੀ ਉਵੇਂ ਹੀ ਚੱਲਣਗੇ। ਮੈਨੂੰ ਉਮੀਦ ਆ, ਅੱਜ ਅਸੀਂ ਆਏ ਹਾਂ, ਗੱਲਾਂ ਕਰਾਂਗੇ ਇਹਨਾਂ ਨਾਲ ਵੀ, ਜਾ ਕੇ ਜਿੱਥੇ ਗਲਤੀ ਆ ਅਸੀਂ ਉਹਨੂੰ ਦਰੁਸਤ ਕਰਾਂਗੇ ਹਰ ਹਾਲਤ ਵਿੱਚ। ਪਰ ਸਾਡੇ 'ਚ ਫੁੱਟ ਨਾ ਪਾਓ। ਹੁਣ ਅਸੀਂ ਫੁੱਟ ਤੋਂ ਬਹੁਤ ਅੱਗੇ ਲੰਘੇ। ਸਾਰਾ ਹਰਿਆਣਾ ਛੋਟਾ ਭਾਈ ਬਣ ਕੇ ਬਹਿ ਗਿਆ। ਉਹ ਟਕੈਤ ਨੂੰ, ਕੱਲੇ ਨੂੰ ਤੱਕ ਕੇ ਤੁਸੀਂ ਉਹਦੇ ਮਗਰ ਗੱਲੇ, ਉਹਦੇ 'ਚ ਹੁੰਝ ਕਰੇ ਅੰਦਰੋਂ, ਕਿਰੇ ਅੰਦਰੋਂ ਉਹਦੀ ਆਤਮਾ 'ਚੋਂ ਆਵਾਜ਼ ਆਈ। ਸਾਰੀ ਯੂਪੀ ਤੇ ਸਾਰਾ ਉੱਤਰਾਖੰਡ ਚੱਲ ਕੇ ਆ ਗਿਆ। ਤੇ ਤੁਹਾਡੇ ਜਿਹੜੇ ਪਹਾੜੇ ਦੇ ਟੱਟੂ ਸੀਗੇ, ਤੁਹਾਡੇ ਮੁਲਾਜ਼ਮ ਜਿਹੜੇ ਸੀਗੇ, ਰਫੂ ਚੱਕਰ ਹੋਣ ਲੱਗੇ। ਇੱਕ ਸਕਿੰਟ ਨਹੀਂ ਲੱਗਿਆ, ਅੜਦੇ ਫਿਰ ਖੜਦੇ ਉੱਥੇ। ਇਹ ਨਹੀਂ ਲੱਗਦਾ ਤੁਹਾਨੂੰ ਵੀ ਪੰਜਾਬ ਤੋਂ ਸੰਘਰਸ਼ ਚੱਲਿਆ, ਉਸ ਤੋਂ ਬਾਅਦ ਹਰਿਆਣਾ ਨਾਲ ਖੜ ਗਿਆ, ਉਸ ਤੋਂ ਬਾਅਦ ਯੂਪੀ, ਬਿਹਾਰ, ਸਾਰੇ ਸੂਬੇ ਆ ਕੇ ਨਾਲ ਖੜ ਗਏ? ਕਿਤੇ ਸਾਨੂੰ ਵੰਡਿਆ ਗਿਆ ਸੀ ਭਾਸ਼ਾ ਦੇ ਨਾਂ ਤੇ, ਕਿਤੇ ਸਾਨੂੰ ਵੰਡਿਆ ਗਿਆ ਸੀ ਬੋਲੀਆਂ ਦੇ ਨਾਂ ਤੇ, ਕਿਤੇ ਸਾਨੂੰ ਵੰਡਿਆ ਗਿਆ ਸੀ ਪਾਣੀਆਂ ਦੇ ਨਾਂ ਤੇ। ਅੱਜ ਉਹ ਸਾਰਾ ਕੁਝ ਹੀ ਲੋਕ ਭੁੱਲ ਗਏ ਹੈਗੇ। ਬੇਟਾ ਜਿਹੜਾ ਵੰਡਿਆ ਸੀ ਨਾ, ਉਹ ਇਹਨਾਂ ਸਿਆਸਤਦਾਨਾਂ ਨੇ ਵੰਡਿਆ ਸੀ। ਚਾਹੇ ਉਹ ਪਾਣੀ ਦੇ ਝਗੜੇ ਸੀ, ਚਾਹੇ ਭਾਸ਼ਾ ਦੇ ਝਗੜੇ ਸੀ, ਚਾਹੇ ਕਿਸੇ ਹੋਰ ਮਸਲੇ ਦੇ ਝਗੜੇ ਸੀਗੇ। ਨਾ ਇੱਥੇ ਭਾਸ਼ਾ ਦਾ ਝਗੜਾ, ਨਾ ਇੱਥੇ ਪਾਣੀਆਂ ਦਾ ਝਗੜਾ, ਨਾ ਇੱਥੇ ਜਾਤ ਮਜ਼ਹਬ ਦਾ ਝਗੜਾ ਹੈਗਾ। ਅੱਜ ਹਰਿਆਣੇ ਨੇ ਜੱਫੀ ਪਾ ਕੇ ਆਪਣੇ ਵੱਡੇ ਭਰਾ ਨੂੰ ਜਿਹੜਾ ਸਬੂਤ ਦਿੱਤਾ ਹੈ ਨਾ, ਉਹਦੇ ਮਗਰ ਰਾਜਸਥਾਨ ਖੜਾ ਹੋ ਗਿਆ, ਉਹਦੇ ਮਗਰ ਸਾਰੀ ਯੂਪੀ ਖੜੀ ਹੋ ਗਈ, ਸਾਰਾ ਉੱਤਰਾਖੰਡ ਖੜਾ ਹੋ ਗਿਆ। ਬੇਟੇ ਸਾਡਾ ਫਰਕ ਹੀ ਕੋਈ ਨਹੀਂ। ਅਸੀਂ ਇੱਕ ਮਾਂ ਦੇ ਪੇਟੋਂ ਨਹੀਂ ਜੰਮੇ ਹੈਗੇ, ਤਾਂ ਸਕੇ ਭਰਾ ਹੀ ਹਾਂ, ਸਮਝੇ ਕਿ ਨਹੀਂ? ਜਿੰਨਾ ਹਰਿਆਣੇ ਨੇ ਕੁਰਬਾਨੀ ਕਰ ਦਿੱਤੀ, ਉੱਤਰਾਖੰਡ ਨੇ ਕੁਰਬਾਨੀ ਕਰ ਦਿੱਤੀ, ਆਹ ਸਾਡੇ ਜਿਹੜੇ 32 37 ਲੀਡਰ ਜਿਹੜੇ ਉੱਥੇ ਜਾਂਦੇ, ਇਹਨਾਂ ਨੇ ਕੁਰਬਾਨੀ ਕਰ ਦਿੱਤੀ। ਇਹਨਾਂ ਦਾ ਦੇਣ ਕਿੱਥੇ ਦੇਵਾਂਗੇ? ਤੁਸੀਂ ਇਹਨਾਂ ਨੂੰ ਨਿੰਦੀ ਜਾਂਦੇ ਹੋ। ਉਹ ਤਾਂ ਦੇਸ਼ ਭਗਤ ਤਾਂ ਬੋਲਦੇ ਹੀ ਹੈ ਨਹੀਂ ਤੁਹਾਡੇ ਸਾਹਮਣੇ। ਜੋ ਕਹਿੰਦੇ ਨੇ ਕਰੋ ਗੱਲ, ਜੇ ਕਰਨੀ ਹੈ ਇਕੱਲੇ ਸਾਡੇ ਆ ਜਾਓ, ਇਕੱਲੇ ਰਾਜੇਵਾਲ ਨਾਲ ਗੱਲ ਕਰ ਲਓ, ਟਕੈਤ ਨਾਲ ਗੱਲ ਕਰ ਲਓ, ਡਾਕਟਰ ਦਰਸ਼ਨ ਨਾਲ ਗੱਲ ਕਰ ਲਓ, ਜੋਗਿੰਦਰ ਸਿੰਘ ਰਾਹਾਂ ਨਾਲ ਗੱਲ ਕਰ ਲਓ, ਉਹ ਸਾਡੇ ਖੁੰਡੇ ਵਾਲੇ ਬਾਬੇ ਨਾਲ ਇਕੱਲੇ ਨਾਲ ਹੀ ਗੱਲ ਕਰ ਲਓ। ਉਹ ਮਾਨਸਾ ਵਾਲਾ ਖੁੰਡੇ ਵਾਲਾ ਬਾਬਾ ਜਿਹੜਾ ਕਹਿੰਦਾ ਇਹ ਖੁੰਡਾ ਤਾਂ ਕਹਿੰਦਾ ਮੈਂ ਆਪਣੀ ਸਹਾਇਤਾ ਵਾਸਤੇ ਲਿਆ ਸੀ, ਪਰ ਤੁਸੀਂ ਮੈਨੂੰ ਇੱਦਾਂ ਮਸ਼ਹੂਰ ਕਰਤਾ। ਕੋਈ ਨਹੀਂ ਬਾਬਾ, ਅਸੀਂ ਤੇਰੇ ਨਾਲ ਆ। ਉਮਰ 'ਚ ਮੇਰੇ ਤੋਂ ਛੋਟਾ ਹੈ, ਛੋਟਾ ਭਰਾ ਹੈ ਮੇਰੇ ਖੁੰਡੇ ਵਾਲਿਆ, ਤੇਰੇ ਨਾਲ ਆ, ਨਾਲ ਮਰਾਂਗੇ, ਨਾਲ ਮਰਾਂਗੇ। ਆ ਯੋਧੇ ਜਿਨ੍ਹਾਂ ਦਾ ਇਕੱਠ ਐਡਾ ਵੱਡਾ ਸਾਹਮਣੇ ਹੋ ਰਿਹਾ ਨਾ, ਇਹ ਇਕੱਠ ਜਿਹੜਾ ਹੈਗਾ ਤੈਨੂੰ ਦੱਸਦਾ ਮੋਦੀ ਕਿ ਅਜੇ ਵੀ ਬੰਦਾ ਬਣ ਜਾ, ਅਜੇ ਵੀ ਬੰਦਾ। ਡੁੱਲੇ ਫਿਰਦਾ, ਕੁਝ ਨਹੀਂ ਵਿਗੜਿਆ, ਕੁਝ ਨਹੀਂ ਵਿਗੜਿਆ। ਬਾਪੂ ਜੀ ਤੁਹਾਡਾ। ਸੋ ਇੱਥੇ ਜੇ ਗੱਲ ਕਰਦੇ ਆ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਇਹੋ ਜਿਹੇ ਬਜ਼ੁਰਗ ਜਿਹੜੇ ਕਿ 70 70 80 80 ਸਾਲ ਦੇ ਨੇ, ਜਿਨ੍ਹਾਂ ਨੇ 84 ਦੇਖੀ ਆ, 78 ਦੇਖੀ ਆ, 66 ਦੇਖੀ ਆ, 47 ਵੀ ਦੇਖੀ ਆ, ਤੇ ਇਹ ਬਜ਼ੁਰਗ ਇੱਥੇ ਪਹੁੰਚੇ ਹੋਏ ਨੇ। ਇਹਨਾਂ ਦਾ ਕਹਿਣਾ ਕਿ ਅਸੀਂ ਲੱਖੇ ਦੇ ਨਾਲ ਆ, ਅਸੀਂ ਦੀਪ ਦੇ ਨਾਲ ਆ, ਅਸੀਂ ਰਣਜੀਤ ਸਿੰਘ ਦੇ ਨਾਲ ਆ, ਤੇ ਅਸੀਂ ਜੱਗੀ ਬਾਬੇ ਦੇ ਨਾਲ ਆ, ਅਸੀਂ ਰੁਲਦੂ ਸਿੰਘ ਮਾਨਸਾ ਦੇ ਨਾਲ ਆ, ਅਸੀਂ ਰਾਜੇਵਾਲ ਦੇ ਨਾਲ ਆ, ਪੂਰੀਆਂ ਜਥੇਬੰਦੀਆਂ ਦੇ ਨਾਲ ਆ। ਇਸੇ ਤਰ੍ਹਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਅੱਜ ਪਿੰਡ ਮਹਿਰਾਜ ਦੀਆਂ ਤਸਵੀਰਾਂ। ਜੁੜੇ ਰਹੋ ਸਰਖਾਬ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਹਰਨੂਰ ਦੇ ਨਾਲ। ਮੈਂ ਹਰਜਿੰਦਰ ਸਿੰਘ ਢਿੱਲੋਂ, ਪਿੰਡ ਮਹਿਰਾਜ।